सत श्री अकाल। तुसीं देख रहे हो पंजाब रील USA TV। मैं हाँ वरुण कौर मान। खबरां दे बुलेटिन विच तुहाडा स्वागत है। पेश ने पहलां चोणवीआं खबरां। राजा सांसी हवाई अड्डे तो 8 लाख अमरीकी डॉलर जबत, एक गिरफ्तार। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਜਲਦ ਖੁੱਲਣਗੇ ਵਿਦੇਸ਼ੀ ਕਾਮਿਆਂ ਲਈ ਦਰ। ਕੈਨੇਡਾ ਦੀਆਂ ਸੜਕਾਂ ਤੇ ਉਤਰੇ ਹਜ਼ਾਰਾਂ ਪ੍ਰਵਾਸੀ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ। ਦਿੱਲੀ IGI ਪੁਲਿਸ ਵੱਲੋਂ ਫਰਜ਼ੀ ਵੀਜ਼ਾ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਖੁਲਾਸਾ, ਜ਼ਬਤ ਕੀਤੀ ਗਈ ਸਮੱਗਰੀ। ਜੋ ਬਾਈਡਨ ਨੇ ਕਿਹਾ ਅਮਰੀਕਾ ਵਿੱਚ ਕਰੋਨਾ ਖਤਮ, ਪਰ ਅੰਕੜਿਆਂ ਵਿੱਚ ਰੋਜ਼ਾਨਾ ਮਰ ਰਹੇ 400 ਲੋਕ। अमेरिकी राष्ट्रपति जो बाइडन नूं मिलण दी नहीं कोई योजना, ईरानी राष्ट्रपति का बयान। अमेरिका तो आई मंदभागी खबर, भयानक सड़क हादसे विच मां ते धी सणे 3 पंजाबियों की मौत। यूबा सिटी कैलीफोर्निया के बजुर्ग सिख आगू सरदार दीदार सिंह बैंस के अंतिम संस्कार समय अंतिम दर्शनां लई भारी गिणती विच पहुंचे लोक। तखत श्री केसगढ़ साहिब के जथेदार भाई रघवीर सिंह जी भी होए शामिल। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਵਿਖੇ 에ਅਰ ਇੰਡੀਆ ਦੇ ਕਰਮਚਾਰੀਆਂ ਅਤੇ ਕਸਟਮ ਵਿਭਾਗ ਵੱਲੋਂ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਕਰਮਚਾਰੀਆਂ ਨੇ ਚੈਕਿੰਗ ਦੌਰਾਨ ਕਰੀਬ 8 ਲੱਖ ਅਮਰੀਕੀ ਡਾਲਰ ਦਾ ਪਤਾ ਲਗਾਇਆ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਕਸਟਮ ਵਿਭਾਗ ਵੱਲੋਂ ਜ਼ਬਤ ਕਰ ਲਿਆ ਗਿਆ, जिस दी अंतरराष्ट्रीय कीमत करीब 6.4 करोड़ दसी जा रही है, जिन्होंने एक यात्री अपने नाल दुबई ले जाने की कोशिश कर रहा सी। यात्री नूं हिरासत विच लैके पुछगिछ की जा रही है। प्राप्त जानकारी के अनुसार मनदीप सिंह नाम के यात्री एयर इंडिया की उड़ान नंबर IX191 राही दुबई जा रहा सी। सारे यात्रियों की चैकिंग की जा रही सी। इस दौरान उक्त यात्री के समान विच एयर इंडिया के कर्मचारियों नूं एक्सरे दौरान एक बैग ते शक होया। ਜਦੋਂ बैग की ਸਰੀਰਕ तौर पर जांच की गई तो उसके हेठां एक ਵੱਖਰੀ जेब मिली, जिस विच उक्त विदेशी करंसी के नोटां का पता लगाया। विदेशी करंसी डॉलर यात्री वालों लुका के रखे हुए सन। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਅਗਲੇ ਸਮੇਂ ਵਿੱਚ ਆਸਟ੍ਰੇਲੀਆ ਅੰਦਰ ਕਾਮਿਆਂ ਦੀ ਮੰਗ ਵੱਧ ਰਹੀ ਹੈ। ਇਹ ਖੁਲਾਸਾ ਤਾਜ਼ਾ ਅੰਕੜਿਆਂ ਤੋਂ ਹੋਇਆ ਹੈ। ਸਰਕਾਰੀ ਡਾਟਾ ਦੇ ਮੁਤਾਬਕ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 3.4% ਤੇ ਆ ਗਈ ਹੈ, ਜੋ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਸ ਦਾ ਭਾਵ ਇਹ ਹੈ ਕਿ ਅਗਲੇ ਸਮੇਂ ਵਿੱਚ ਹੋਰ ਕਾਮਿਆਂ ਦੀ ਲੋੜ ਪਏਗੀ, ਜਿਸ ਦੀ ਪੂਰਤੀ ਵਿਦੇਸ਼ੀ ਕਾਮਿਆਂ ਰਾਹੀਂ ਹੀ ਹੋਏਗੀ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ कि पिछले महीने ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਵਾਲੇ ਘੱਟ ਸਨ, ਜਦੋਂ ਕਿ ਅਸਾਮੀਆਂ ਵੱਧ ਖਾਲੀ ਪਈਆਂ ਸਨ। ਬਿਊਰੋ ਦੇ ਲੇਬਰ ਸਟੈਟਿਕਸ ਦੇ ਮੁਖੀ ਬਿਜ਼ਰੌਨ ਜਾਵਿਸ ਨੇ ਕਿਹਾ, ਬੇਰੁਜ਼ਗਾਰੀ ਵਿੱਚ ਗਿਰਾਵਟ ਵੱਧ ਰਹੀ ਲੇਬਰ ਮਾਰਕੀਟ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉੱਚੇ ਅਹੁਦੇ ਵਾਲੀਆਂ ਅਸਾਮੀਆਂ ਵੀ ਖਾਲੀ ਪਈਆਂ ਨੇ, ਜਿਸ ਦੇ ਨਤੀਜੇ ਵਜੋਂ ਅਗਸਤ 1974 ਤੋਂ ਬਾਅਦ ਮੁਲਕ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਪਾਈ ਗਈ ਹੈ। ਸਰਕਾਰ ਦੇ ਕਿਰਤ ਮੰਤਰਾਲਾ ਨੇ ਕਿਹਾ ਕਿ ਆਸਟ੍ਰੇਲੀਆ ਦੇ ਉਸਾਰੀ, ਨਰਸਿੰਗ ਅਤੇ ਰੈਸਟੋਰੈਂਟ ਉਹਨਾਂ 10 ਖੇਤਰਾਂ ਵਿੱਚ ਸ਼ਾਮਲ ਨੇ ਜਿਨ੍ਹਾਂ ਵਿੱਚ ਅਗਲੇ 5 ਸਾਲਾਂ ਦੌਰਾਨ ਸਭ ਤੋਂ ਵੱਧ ਕਾਮਿਆਂ ਦੀ ਮੰਗ ਵਧਣ ਦੀ ਸੰਭਾਵਨਾ ਹੈ। ਸਰਕਾਰ ਨੇ ਮੁਲਕ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਆਸਟ੍ਰੇਲੀਆ ਦੇ ਸਥਾਈ ਹੁਨਰਮੰਦ ਮਾਈਗ੍ਰੇਸ਼ਨ ਕੈਂਪ 1,60,000 ਤੋਂ 1,95,000 ਤੱਕ ਵਧਾਉਣ ਲਈ ਵੀ ਸਹਿਮਤੀ ਦਿੱਤੀ ਹੈ। ਸਰਕਾਰ ਦੇ ਕਮਿਸ਼ਨ ਨੇ ਘੱਟੋ-ਘੱਟ ਉਜਰਤ ਵਿੱਚ 5.2% ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਦੀਆਂ ਸੜਕਾਂ ਤੇ ਐਤਵਾਰ ਨੂੰ ਪ੍ਰਵਾਸੀਆਂ ਦਾ ਹੜ੍ਹ ਨਜ਼ਰ ਆਇਆ, ਜੋ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸਨ। ਟੋਰਾਂਟੋ ਸਣੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹਮਾਇਤ ਵਿੱਚ ਰੈਲੀਆਂ ਹੋਈਆਂ ਅਤੇ ਲਿਬਰਲ ਸਰਕਾਰ ਨੂੰ ਜਲਦ ਤੋਂ ਜਲਦ ਇਤਿਹਾਸਕ ਫੈਸਲਾ ਲੈਣ ਦੀ ਅਪੀਲ ਕੀਤੀ ਗਈ। ਟੋਰਾਂਟੋ ਤੋਂ ਇਲਾਵਾ ਵੈਨਕੂਵਰ, ਐਡਮਿੰਟਨ, ਮੌਂਟਰੀਅਲ, ਫੈਡਰਿਕਟਨ ਅਤੇ ਸੈਂਟ ਜੌਨਸ ਸਣੇ 13 ਸ਼ਹਿਰਾਂ ਵਿੱਚ ਪ੍ਰਵਾਸੀਆਂ ਨੇ ਵੱਡੇ ਇਕੱਠ ਕੀਤੇ। ਟੋਰਾਂਟੋ ਵਿਖੇ ਭਾਰੀ ਬਾਰਿਸ਼ ਵੀ ਪ੍ਰਵਾਸੀਆਂ ਦੇ ਹੌਸਲੇ ਪਸਤ ਨਾ ਕਰ ਸਕੀ, ਜੋ ਲਗਾਤਾਰ ਕੱਚੇ ਪ੍ਰਵਾਸੀਆਂ ਲਈ PR ਦੀ ਮੰਗ ਕਰ ਰਹੇ ਸਨ। ਪ੍ਰਵਾਸੀਆਂ ਦੀ ਹਮਾਇਤ ਵਿੱਚ ਕਿਰਤੀ ਜਥੇਬੰਦੀਆਂ ਦੇ ਮੈਂਬਰ ਵੀ ਸ਼ਾਮਲ ਹੋਏ। ਬਚਪਨ ਵਿੱਚ ਆਪਣੇ ਪਰਿਵਾਰ ਨਾਲ ਮੈਕਸੀਕੋ ਤੋਂ ਕੈਨੇਡਾ ਪੁੱਜੇ ਇੱਕ ਨੌਜਵਾਨ ਨੇ ਰੈਲੀ ਦੌਰਾਨ ਦੱਸਿਆ ਕਿ ਉਸਦੇ ਪਰਿਵਾਰ ਸਿਹਤ ਸਹੂਲਤਾਂ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਅਤੇ ਕੋਈ ਇਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਕੈਨੇਡਾ ਬਾਹਰ ਨਹੀਂ ਜਾ ਸਕਦੇ। ਇਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਕੰਮ ਦੌਰਾਨ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। याद रहे कि इस तो पहला कैनेडा सरकार 5 लाख गैर कानूनी प्रवासियों को
ਪੱਕਾ ਕਰਨ ਦੇ ਸੰਕੇਤ ਦੇ ਚੁੱਕੀ ਹੈ, ਪਰ ਇਸ ਬਾਰੇ ਰਸਮੀ ਤੌਰ ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਥਾਣੇ ਦੀ ਪੁਲਿਸ ਨੇ ਫਰਜ਼ੀ ਵੀਜ਼ਾ ਪਾਸਪੋਰਟ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ 'ਚ ਸ਼ਾਮਲ ਨੇ। ਇਹ ਗਿਰੋਹ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਸਥਿਤ ਸਾਥੀਆਂ ਨਾਲ ਮਿਲ ਕੇ ਫਰਜ਼ੀ ਵੀਜ਼ਾ ਤੇ ਹੋਰ ਦਸਤਾਵੇਜ਼ ਬਣਾਉਣ 'ਚ ਸ਼ਾਮਲ ਨੇ। ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ 35 PR ਕਾਰਡ ਬਰਾਮਦ ਕੀਤੇ ਨੇ। ਇਸ ਤੋਂ ਇਲਾਵਾ 26 ਵੱਖ-ਵੱਖ ਦੇਸ਼ਾਂ ਦੇ ਵੀਜ਼ਾ, 2000 ਬਲੈਕ ਇੰਡੀਅਨ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ ਬਲੈਂਕ ਵੀਜ਼ਾ ਲੈਟਰ, 165 ਤੋਂ ਵੱਧ ਫਰਜ਼ੀ ਵੀਜ਼ਾ ਟਿਕਟਾਂ ਤੇ ਵੱਖ-ਵੱਖ ਦੇਸ਼ਾਂ ਦੇ ਫਰਜ਼ੀ ਵੀਜ਼ਾ ਸਟੈਂਪ ਵੀ ਬਰਾਮਦ ਕੀਤੇ ਨੇ। ਦੋਸ਼ੀਆਂ ਕੋਲੋਂ 127 ਤਰ੍ਹਾਂ ਦੇ ਵੀਜ਼ਾ ਬਣਾਉਣ ਦੀ ਡਿਵਾਈਸ ਬਰਾਮਦ ਕੀਤੀ ਗਈ ਹੈ। ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿੰਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਹਵਾਈ ਅੱਡਾ ਪੁਲਿਸ ਡਿਪਟੀ ਕਮਿਸ਼ਨਰ ਤਨੂ ਸ਼ਰਮਾ ਨੇ ਦੱਸਿਆ ਕਿ ਗੁਰਨੂਰ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਜ਼ਰੀਏ ਉਹ ਅਮਿਤ ਗੌੜ ਦੇ ਸੰਪਰਕ 'ਚ ਆਏ, ਜਿਸ ਨੇ ਆਸਟ੍ਰੇਲੀਆ ਦਾ ਸਲਾਨੀ ਵੀਜ਼ਾ ਮੁਹੱਈਆ ਕਰਵਾਉਣ ਦੀ ਗੱਲ ਆਖੀ। ਫਰਜ਼ੀ ਵੀਜ਼ਾ ਹੋਣ ਦੀ ਜਾਂਚ ਕਰਦੇ ਹੋਏ ਪੁਲਿਸ ਅਮਿਤ ਗੌੜ ਤੱਕ ਪਹੁੰਚੀ। ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ 3 ਹੋਰ ਦੋਸ਼ੀਆਂ ਦੇ ਨਾਮ ਸਾਹਮਣੇ ਆਏ, ਜਿਨ੍ਹਾਂ 'ਚੋਂ ਨਿਤਨ ਨਾਂ ਦਾ ਦੋਸ਼ੀ ਫੜਿਆ ਗਿਆ ਅਤੇ 2 ਦੋਸ਼ੀ ਫਰਾਰ ਨੇ। ਪੁਲਿਸ ਨੇ ਇਹਨਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ, ਜੋ ਵੱਡਾ ਫਰਜ਼ੀ ਵੀਜ਼ਾ ਬਣਾਉਣ ਦਾ ਰੈਕੇਟ ਦਿੱਲੀ, ਹਰਿਆਣਾ ਅਤੇ ਪੰਜਾਬ ਸੂਬੇ ਤੋਂ ਚੱਲਦਾ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਕੋਵਿਡ-19 ਦਾ ਪ੍ਰਕੋਪ ਖਤਮ ਹੋ ਗਿਆ। ਉਹਨਾਂ ਨੇ CBS ਦੇ 60 ਮਿੰਟ ਪ੍ਰੋਗਰਾਮ ਦੌਰਾਨ ਅਜਿਹੀ ਵੱਡੀ ਗੱਲ ਕਹੀ। ਕੋਵਿਡ ਮਹਾਮਾਰੀ ਤੇ ਇੱਕ ਸਵਾਲ ਦੇ ਜਵਾਬ ਵਿੱਚ ਜੋ ਬਾਈਡਨ ਨੇ ਕਿਹਾ, ਮਹਾਮਾਰੀ ਖਤਮ ਹੋ ਗਈ ਹੈ, ਸਾਨੂੰ ਅਜੇ ਵੀ ਕੋਵਿਡ ਨਾਲ ਸਮੱਸਿਆ ਹੈ, ਅਸੀਂ ਅਜੇ ਵੀ ਇਸ ਤੇ ਬਹੁਤ ਕੰਮ ਕਰ ਰਹੇ ਹਾਂ, ਪਰ ਦੇਸ਼ ਤੋਂ ਕੋਰੋਨਾ ਮਹਾਮਾਰੀ ਦਾ ਖਾਤਮਾ ਹੋ ਗਿਆ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਦੇਸ਼ ਵਿੱਚ ਮਹਾਮਾਰੀ ਕਾਰਨ ਹਰ ਰੋਜ਼ 400 ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ 'ਚ ਜੋ ਬਾਈਡਨ ਦੇ ਇਸ ਐਲਾਨ ਨਾਲ ਕਈ ਸਵਾਲ ਖੜੇ ਹੋ ਰਹੇ ਨੇ। ਜੋ ਬਾਈਡਨ ਨੇ ਡੈਟਰੋਇਟ ਵਿੱਚ ਆਟੋ ਸ਼ੋਅ ਵਿੱਚ ਇੱਕ ਇੰਟਰਵਿਊ ਦੌਰਾਨ ਸਮਾਗਮ 'ਚ ਭੀੜ ਦਾ ਹਵਾਲਾ ਦਿੰਦੇ ਹੋਏ ਇਹ ਟਿੱਪਣੀ ਕੀਤੀ। ਉਹਨਾਂ ਨੇ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਤੁਸੀਂ ਦੇਖਿਆ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ, ਹਰ ਕਿਸੇ ਦੀ ਹਾਲਤ ਬਹੁਤ ਚੰਗੀ ਲੱਗ ਰਹੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਦਲ ਰਿਹਾ। ਕੋਰੋਨਾ ਹੁਣ ਦੇਸ਼ ਤੋਂ ਬਾਹਰ ਹੈ। ਵਾਸ਼ਿੰਗਟਨ ਪੋਸਟ ਦੀ 7 ਦਿਨਾਂ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਕੋਵਿਡ ਨਾਲ ਇੱਕ ਦਿਨ 'ਚ ਲਗਭਗ 400 ਲੋਕਾਂ ਦੀ ਮੌਤ ਹੋ ਰਹੀ ਹੈ। 30,000 ਤੋਂ ਵੱਧ ਲੋਕ ਹਸਪਤਾਲ 'ਚ ਦਾਖਲ ਨੇ। ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਜੁਲਾਈ ਦੇ ਸ਼ੁਰੂ ਵਿੱਚ ਲੱਛਣ ਪਾਏ ਜਾਣ ਤੋਂ ਬਾਅਦ ਜੋ ਬਾਈਡਨ ਨੂੰ 2 ਹਫ਼ਤਿਆਂ ਲਈ ਵਾਈਟ ਹਾਊਸ ਵਿੱਚ ਕੁਆਰੰਟਾਈਨ ਕੀਤਾ ਗਿਆ ਸੀ। ਉਸ ਦੀ ਪਤਨੀ ਜਿਲ ਬਾਈਡਨ ਅਗਸਤ ਵਿੱਚ ਲਾਗ ਨਾਲ ਬਿਮਾਰ ਹੋਏ ਸਨ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਲਾਵਾ ਨਿਊਯਾਰਕ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਮਿਲਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ। ਰਾਈਸੀ ਨੇ ਸੋਮਵਾਰ ਨੂੰ ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ ਤਹਿਰਾਨ ਹਵਾਈ ਅੱਡੇ ਤੇ ਪੱਤਰਕਾਰਾਂ ਨੂੰ ਕਿਹਾ, ਅਮਰੀਕੀ ਨੇਤਾਵਾਂ ਨੂੰ ਮਿਲਣ ਜਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਾਡੀ ਉਹਨਾਂ ਨੂੰ ਮਿਲਣ ਦੀ ਵੀ ਕੋਈ ਯੋਜਨਾ ਨਹੀਂ ਹੈ। ਈਰਾਨ ਦੇ ਰਾਸ਼ਟਰਪਤੀ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕਰਨਗੇ। ਉਹ ਧਰਮਾਂ ਤੇ ਜਨਰਲ ਅਸੈਂਬਲੀ ਅਤੇ ਯੂਨੈਸਕੋ ਦੋਵਾਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਹਨਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਆਪਣੀ ਮੌਜੂਦਗੀ ਨੂੰ ਦੁਨੀਆ ਨੂੰ ਉਸ ਕਥਿਤ ਬੁਰਾਈ ਬਾਰੇ ਦੱਸਣ ਦਾ ਇੱਕ ਮੌਕਾ ਦੱਸਿਆ ਹੈ ਜੋ ਅਣਪਛਾਤੇ ਰਾਸ਼ਟਰ ਅਤੇ ਵਿਸ਼ਵ ਸ਼ਕਤੀਆਂ ਈਰਾਨ ਵਿਰੁੱਧ ਫੈਲਾ ਰਹੀਆਂ ਨੇ। ਹਾਲਾਂਕਿ ਉਹਨਾਂ ਨੇ ਇਸ ਸੰਬੰਧ ਵਿੱਚ ਕੋਈ ਵਿਸਤ੍ਰਿਤ ਟਿੱਪਣੀ ਨਹੀਂ ਕੀਤੀ। ਰਾਸ਼ਟਰਪਤੀ ਰਾਈਸੀ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਿਆਨ ਅਤੇ ਪਰਮਾਣੂ ਸਮਝੌਤੇ ਤੇ ਵਾਰਤਾਕਾਰ ਅਲੀ ਬੇਗਰੀ ਕਾਨੀ ਨਾਲ ਨਿਊਯਾਰਕ ਲਈ ਰਵਾਨਾ ਹੋਏ। ਈਰਾਨ ਅਤੇ ਹੋਰ ਵਿਸ਼ਵ ਸ਼ਕਤੀਆਂ ਵਿਚਕਾਰ 2015 ਦੇ ਪਰਮਾਣੂ ਸਮਝੌਤੇ ਤੇ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ। ਅਮਰੀਕਾ ਦੇ ਸ਼ਹਿਰ ਫ੍ਰਿਜ਼ਨੋ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕਾਂ 'ਚ 2 ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀਆਂ ਮਾਵਾਂ ਤੇ ਧੀਆਂ ਨੇ, ਜਦਕਿ ਤੀਜਾ ਉਹਨਾਂ ਦਾ ਰਿਸ਼ਤੇਦਾਰ ਸੀ, ਜਿਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ ਵਜੋਂ ਹੋਈ ਹੈ ਤੇ ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਨੇ। ਉਹਨਾਂ ਦੀ ਪੁੱਤਰੀ ਪ੍ਰੀਤਜੀਤ ਕੌਰ ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਜ਼ਾਰਾ ਸ਼ਾਮਲ ਨੇ। ਖਬਰ ਮਿਲਦੇ ਹੀ ਨਗਰ ਰੁੜਕਾ ਕਲਾਂ 'ਚ ਸ਼ੌਕ ਦੀ ਲਹਿਰ ਫੈਲ ਗਈ। ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਦਾ ਪਰਿਵਾਰ ਬਹੁਤ ਹੀ ਪੜ੍ਹਿਆ ਲਿਖਿਆ ਤੇ ਅਗਾਂਹਵਧੂ ਸੀ, ਜਿਨ੍ਹਾਂ ਦੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਪਰਿਵਾਰ ਨੂੰ ਪਿਆ ਇਹ ਘਾਟਾ ਪੂਰੇ ਇਲਾਕੇ ਨੂੰ ਪਏ ਘਾਟੇ ਦੇ ਸਮਾਨ ਹੈ। ਇਹ ਮੰਦਭਾਗੀ ਖਬਰ ਮਿਲਣ ਤੋਂ ਬਾਅਦ ਪੂਰਾ ਇਲਾਕਾ ਰਿਟਾਇਰਡ ਤਹਿਸੀਲਦਾਰ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ।
ਦੁਨੀਆ ਦੇ ਸਿੱਖਾਂ ਵਿੱਚ ਆਪਣਾ ਨਾਮ ਤੇ ਇੱਕ ਸਿੱਖ ਆਗੂ ਤੇ ਦਾਨੀ ਵਜੋਂ ਸਥਾਪਿਤ ਕਰਨ ਵਾਲੇ ਸਰਦਾਰ ਦਦਾਰ ਸਿੰਘ ਬੈਂਸ ਦਾ ਅੰਤਿਮ ਸੰਸਕਾਰ ਯੂਬਾ ਸਿਟੀ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਉਹਨਾਂ ਨੂੰ ਪਿਆਰ ਕਰਨ ਵਾਲੇ ਤੇ ਅੰਤਮ ਦਰਸ਼ਨ ਕਰਨ ਵਾਲੇ ਲੋਕ ਭਾਰੀ ਗਿਣਤੀ ਵਿੱਚ ਜਮ੍ਹਾਂ ਹੋਏ। ਇਸ ਦੌਰਾਨ ਸਰਦਾਰ ਦਦਾਰ ਸਿੰਘ ਦੇ ਪਰਿਵਾਰਕ ਮੈਂਬਰਾਂ 'ਚ ਉਹਨਾਂ ਦੀ ਪਤਨੀ ਸੰਤੀ ਬੈਂਸ, ਬੇਟਾ ਅਜੀਤ ਸਿੰਘ ਬੈਂਸ, ਬੇਟੀ ਦਲਜੀਤ ਕੌਰ, ਬੇਟਾ ਕਰਮਦੀਪ ਸਿੰਘ ਬਾਂਸ ਜੋ ਕਿ ਸਟਰ ਕਾਉਂਟੀ ਸੁਪਰਵਾਈਜ਼ਰ ਨੇ ਅਤੇ ਵੱਡੇ ਪਰਿਵਾਰ ਸਮੇਤ ਪੋਤੇ ਪੋਤੀਆਂ ਦੋਤੇ ਦੋਤੀਆਂ ਵੱਲੋਂ ਸਰਦਾਰ ਦਦਾਰ ਸਿੰਘ ਬੈਂਸ ਨਾਲ ਆਪਣੇ ਤਜਰਬੇ ਤੇ ਬਿਹਾਰ ਸਾਂਝੇ ਕੀਤੇ। ਰਿਵਰ ਵੈਲੀ ਹਾਈ ਸਕੂਲ ਦੇ ਇੱਕ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਇਸ ਪ੍ਰਭਾਵਸ਼ਾਲੀ ਸਮਾਗਮ 'ਚ ਹਰ ਤਰ੍ਹਾਂ ਦੀ ਸ਼ਖਸੀਅਤ ਸ਼ਾਮਲ ਹੋਈ, ਜਿਨ੍ਹਾਂ ਵਿੱਚ ਖਾਸ ਤੌਰ ਤੇ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਜ਼ੈਰੀ ਬਰਾਊਨ, ਕਾਂਗਰਸਮੈਨ, ਕਾਉਂਟੀ ਸੁਪਰਵਾਈਜ਼ਰ ਯੂਬਾ ਤੇ ਯੇਲੋ ਕਾਉਂਟੀ ਦੇ ਉੱਚ ਅਧਿਕਾਰੀ, ਮੇਅਰ ਯੂਬਾ ਸਿਟੀ, ਮੇਅਰ ਲੈਥਰੋਪ, ਸੁਖਮਿੰਦਰ ਤਾਲੀਬਾਲ ਤੋਂ ਇਲਾਵਾ ਸਿੱਖ ਭਾਈਚਾਰੇ ਵਿੱਚੋਂ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਜੀ, ਗੁਰਦੁਆਰਾ ਬੰਗਲਾ ਸਾਹਿਬ ਦੇ ਮੁਖੀ ਗ੍ਰੰਥੀ ਭਾਈ ਰਣਜੀਤ ਸਿੰਘ ਜੀ, ਦਿਲਬਾਗ ਸਿੰਘ ਬੈਂਸ, ਜਸਵੰਤ ਸਿੰਘ ਬੈਂਸ, ਅਕਾਲੀ ਆਗੂ ਤੇ ਧਨਾੜ ਦਰਸ਼ਨ ਸਿੰਘ ਤਾਲੀਬਾਲ, ਬਾਬਾ ਬਲਵੀਰ ਸਿੰਘ ਬੁੱਢਾ ਦਲ, ਜੰਗ ਸਿੰਘ, ਗਿਆਨ ਸਿੰਘ ਸੰਧੂ ਕੈਨੇਡਾ, ਹਰਭਜਨ ਸਿੰਘ ਯੋਗੀ ਦੇ ਬੇਟੇ ਭਾਈ ਰਣਵੀਰ ਸਿੰਘ ਤੇ ਭਾਈ ਕੁਲਬੀਰ ਸਿੰਘ, ਬਲਦੇਵ ਸਿੰਘ ਸੱਲਾ ਈਸਟ ਕੋਸਟ ਆਦਿ ਸ਼ਾਮਲ ਹੋਏ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ, ਜਿਸ ਦੇ ਸਰਦਾਰ ਦਦਾਰ ਸਿੰਘ ਬਾਨੀ ਸਥਾਨ ਵਿੱਚ ਅੰਤਮ ਅਰਦਾਸ ਕੀਤੀ ਗਈ ਅਤੇ ਇਸ ਅੰਤਮ ਅਰਦਾਸ ਵਿੱਚ ਕੇਵਲ ਸਿੱਖ ਭਾਈਚਾਰੇ ਦੀ ਸੰਗਤ ਤੇ ਹੋਰ ਪਰਿਵਾਰ ਤੇ ਰਿਸ਼ਤੇਦਾਰ ਸ਼ਾਮਲ ਸਨ। ਇਸ ਮੌਕੇ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਜੀ ਵੱਲੋਂ ਬੈਂਸ ਪਰਿਵਾਰ ਨੂੰ ਸਿਰੋਪਾਓ ਦੇ ਕੇ ਤੇ ਗੁਰਦੁਆਰਾ ਸਾਹਿਬ ਵੱਲੋਂ ਦਦਾਰ ਸਿੰਘ ਬੈਂਸ ਦੇ ਨਾਂ ਦੀ ਪਲੈਕ ਪੇਂਟ ਕੀਤੀ ਗਈ। ਇਸ ਮੌਕੇ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਜੀ ਨੇ ਸਰਦਾਰ ਦਦਾਰ ਬੈਂਸ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਰਦਾਰ ਦਦਾਰ ਸਿੰਘ ਬੈਂਸ ਨੇ ਬੜੀ ਸਾਦਗੀ ਵਾਲਾ ਜੀਵਨ ਜੀਵਿਆ। ਉਸ ਮਹਾਨ ਦਾਨੀ ਸਨ ਜਿਨ੍ਹਾਂ ਨੇ ਸਿੱਖ ਕੌਮ ਲਈ ਕਿਰਤ ਕਰਦਿਆਂ ਸਾਰਾ ਜੀਵਨ ਲਾ ਦਿੱਤਾ। ਅਮਰੀਕਾ ਵਿੱਚ ਮੰਕੀ ਪੌਕਸ ਦੇ ਲਗਭਗ 24,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹਨਾਂ ਮਾਮਲਿਆਂ ਦੀ ਪੁਸ਼ਟੀ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਤਾਜ਼ਾ ਅੰਕੜਿਆਂ ਵਿੱਚ ਹੋਈ ਹੈ। ਸੋਮਵਾਰ ਨੂੰ ਸੀਡੀਸੀ ਦੇ ਅੰਕੜਿਆਂ ਦੇ ਅਨੁਸਾਰ ਯੂਐਸ ਰਾਜਾਂ ਵਿੱਚ ਹੁਣ ਤੱਕ ਸਭ ਤੋਂ ਵੱਧ ਪੁਸ਼ਟੀ ਕੀਤੇ 4,656 ਕੇਸ ਕੈਲੀਫੋਰਨੀਆ ਵਿੱਚ ਨੇ। ਇਸ ਦੇ ਬਾਅਦ ਨਿਊਯਾਰਕ ਵਿੱਚ 3,755 ਤੇ ਫਲੋਰੀਡਾ ਵਿੱਚ 2,398 ਕੇਸ ਦਰਜ ਕੀਤੇ ਗਏ ਨੇ। ਅਮਰੀਕਾ ਦੇ ਮਸ਼ਹੂਰ ਰੈਪਰ ਪੋਸਟ ਮੈਲੋਨ ਨਾਲ ਵੱਡਾ ਹਾਦਸਾ ਵਾਪਰਿਆ। ਇਹ ਘਟਨਾ 27 ਸਾਲਾ ਪੋਸਟ ਮੈਲੋਨ ਨਾਲ ਉਸ ਸਮੇਂ ਵਾਪਰੀ ਜਦੋਂ ਉਹ ਅਮਰੀਕਾ ਦੇ ਸੇਂਟ ਲੂਇਸ ਵਿੱਚ ਲਾਈਵ ਮਿਊਜ਼ਿਕ ਕੰਸਰਟ ਵਿੱਚ ਪਰਫਾਰਮ ਕਰ ਰਿਹਾ ਸੀ, ਜਦੋਂ ਉਹ ਸਟੇਜ ਤੇ ਅਚਾਨਕ ਮੂੰਹ ਦੇ ਭਾਰ ਡਿੱਗ ਪਏ। ਪੋਸਟ ਮੈਲੋਨ ਨਾਲ ਹੋਏ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ। ਹਾਲ ਹੀ ਵਿੱਚ ਪੋਸਟ ਮੈਲੋਨ ਸੇਂਟ ਲੂਇਸ ਵਿੱਚ ਐਂਟਰਪ੍ਰਾਈਜ਼ਸ ਸੈਂਟਰ ਵਿੱਚ ਇੱਕ ਸੰਗੀਤ ਸਮਾਰੋਹ 'ਚ ਪ੍ਰਦਰਸ਼ਨ ਕਰ ਰਹੇ ਸਨ। ਇਸ ਲਾਈਵ ਸ਼ੋਅ ਵਿੱਚ ਪੋਸਟ ਮੈਲੋਨ ਆਪਣੇ ਸਰਕਲ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸੀ। ਉਦੋਂ ਹੀ ਉਸ ਦਾ ਪੈਰ ਸਟੇਜ ਤੇ ਇੱਕ ਗਿਟਾਰ ਤੇ ਸੁਰਾਖ ਵਿੱਚ ਫਸ ਗਿਆ। ਇਹ ਸੁਰਾਖ ਗਿਟਾਰ ਨਾਲ ਉਸ ਦੀ ਐਂਟਰੀ ਲਈ ਬਣਿਆ ਗਿਆ ਸੀ। ਇਸ ਤੋਂ ਬਾਅਦ ਪੋਸਟ ਮੈਲੋਨ ਸਟੇਜ ਤੇ ਮੂੰਹ ਦੇ ਬਲ ਡਿੱਗ ਗਏ। ਦੱਸ ਦੇਈਏ ਕਿ ਮੈਲੋਨ ਦੇ ਡਿੱਗਣ ਤੋਂ ਤੁਰੰਤ ਬਾਅਦ ਮੌਕੇ ਤੇ ਮੌਜੂਦ ਗਾਰਡ ਸਟੇਜ ਤੇ ਆਇਆ ਤੇ ਉਹਨਾਂ ਨੂੰ ਚੁੱਕਿਆ। ਪੋਸਟ ਦੇ ਚਿਹਰੇ ਤੇ ਡਿੱਗਣ ਬਹੁਤ ਦਰਦਨਾਕ ਦਿਖਾਈ ਦੇ ਰਿਹਾ ਸੀ। ਇੰਨਾ ਹੀ ਨਹੀਂ, ਪੋਸਟ ਨੂੰ ਡਿੱਗਣ ਤੋਂ ਬਾਅਦ ਦਰਦ ਨਾਲ ਕਰਲਾਉਂਦੇ ਵੀ ਦੇਖਿਆ ਗਿਆ। ਆਪਣੇ ਚਹੇਤੇ ਗਾਇਕ ਨੂੰ ਅਜਿਹੀ ਘਟਨਾ ਦਾ ਸ਼ਿਕਾਰ ਹੁੰਦੇ ਦੇਖ ਕੇ ਐਂਟਰਪ੍ਰਾਈਜ਼ ਸੈਂਟਰ ਵਿੱਚ ਮੌਜੂਦ ਲੋਕਾਂ 'ਚ ਸਨਾਟਾ ਛਾ ਗਿਆ। ਇਸ ਹਾਦਸੇ ਤੋਂ ਬਾਅਦ ਪੋਸਟ ਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜਿਆ ਗਿਆ। ਸਟੇਜ ਤੇ ਅਚਾਨਕ ਡਿੱਗਣ ਤੋਂ ਥੋੜੀ ਦੇਰ ਬਾਅਦ ਉਹਨਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਉਹਨਾਂ ਨੇ ਕਿਹਾ ਕਿ ਮੈਂ ਸਭ ਠੀਕ ਹਾਂ, ਡਾਕਟਰ ਨੇ ਮੈਨੂੰ ਦਰਦ ਦੀ ਦਵਾਈ ਦਿੱਤੀ ਹੈ, ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ, ਤੁਹਾਡੇ ਸਹਿਯੋਗ ਲਈ ਧੰਨਵਾਦ, ਇਸ ਸਮੇਂ ਲਈ ਮਾਫੀ, ਮੈਂ ਯਕੀਨੀ ਤੌਰ ਤੇ ਜਲਦੀ ਸ਼ੋਅ ਕਰਨ ਲਈ ਸੇਂਟ ਲੂਇਸ 'ਚ ਵਾਪਸ ਆਵਾਂਗਾ। ਤਾਲਿਬਾਨ ਦੇ ਇੱਕ ਸੀਨੀਅਰ ਮੈਂਬਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਕੈਦ ਇੱਕ ਅਮਰੀਕੀ ਨਾਗਰਿਕ ਦੀ ਰਿਹਾਈ ਦੇ ਬਦਲੇ ਅਮਰੀਕਾ ਨੇ ਉਸ ਨੂੰ ਰਿਹਾ ਕੀਤਾ। ਨਸ਼ੀਲੇ ਪਦਾਰਥਾਂ ਦੇ ਮੁਖੀ ਅਤੇ ਤਾਲਿਬਾਨ ਦੇ ਮੈਂਬਰ ਬਸ਼ੀਰ ਨੇ ਕਾਬੁਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ 17 ਸਾਲਾਂ ਤੇ 6 ਮਹੀਨੇ ਅਮਰੀਕੀ ਜੇਲ੍ਹ ਵਿੱਚ ਬਿਤਾਏ। ਇਸ ਦੇ ਨਾਲ ਹੀ ਤਾਲਿਬਾਨ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਨੂਰਜ਼ਈ ਨੂੰ ਗੁਆਂਤਨਾਮੋ ਦੀ ਅਮਰੀਕੀ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ, ਪਰ ਉਹਨਾਂ ਬਿਆਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਨੂਰਜ਼ਈ ਨਾਲ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੁਤਾਕੀ ਨੇ ਅਦਲਾ ਬਦਲੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਮਰੀਕਾ ਤਾਲਿਬਾਨ ਸੰਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ। ਮੁਤਾਕੀ ਨੇ ਕਿਹਾ ਕਿ 31 ਜਨਵਰੀ 2020 ਨੂੰ ਅਫਗਾਨਿਸਤਾਨ ਤੋਂ ਅਗਵਾ ਕੀਤੇ ਗਏ ਸਾਬਕਾ ਅਮਰੀਕੀ ਜਲ ਸੈਨਾ ਅਤੇ ਸਿਵਲ ਠੇਕੇਦਾਰ ਮਾਰਕ ਨੂੰ ਰਿਹਾ ਕਰ ਦਿੱਤਾ ਗਿਆ। ਫੈਰਿਕਸ ਨੂੰ ਆਖਰੀ ਵਾਰ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵੀਡੀਓ 'ਚ ਦੇਖਿਆ ਗਿਆ ਸੀ, ਜਿਸ ਵਿੱਚ ਉਹ ਆਪਣੀ ਰਿਹਾਈ ਲਈ ਬੇਨਤੀ ਕਰਦੇ ਹੋਏ ਦਿਖਾਈ ਦੇ ਰਿਹਾ ਤਾਂ ਜੋ ਆਪਣੇ ਪਰਿਵਾਰ ਨਾਲ ਦੁਬਾਰਾ ਮਿਲ ਸਕੇ।
ਨੇਵਾਡਾ ਸੂਬੇ ਦੇ ਸ਼ਹਿਰ ਰੇਨੋ ਵਿੱਚ ਇੱਕ ਜਹਾਜ਼ ਆਪਣੇ ਕਲਾਸ ਦੇ ਫਾਈਨਲ ਵਿੱਚ ਉੱਡ ਰਿਹਾ ਸੀ ਅਤੇ ਜਦੋਂ ਇਹ ਇਵੈਂਟ ਦੇ ਤੀਜੇ ਲੈਪ ਤੇ ਪਹੁੰਚਿਆ ਉਸ ਦੌਰਾਨ ਉਹ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਦੁਪਹਿਰ ਨੂੰ ਰੇਨੋ 에ਅਰ ਰੇਸ ਦੀ ਚੈਂਪੀਅਨਸ਼ਿਪ ਦੇ ਦੌਰਾਨ ਵਾਪਰਿਆ। ਆਯੋਜਕਾਂ ਦੇ ਅਨੁਸਾਰ ਐਤਵਾਰ ਦੁਪਹਿਰ ਨੂੰ ਨੇਵਾਡਾ ਦੇ ਸ਼ਹਿਰ ਰੇਨੋ ਵਿੱਚ 에ਅਰ ਰੇਸ ਦੌਰਾਨ ਇਸ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਰੇਨੋ 에ਅਰ ਰੇਸਿੰਗ ਐਸੋਸੀਏਸ਼ਨ ਦੇ CEO ਫਰੇਡ ਟੋਲਿੰਗ ਨੇ ਐਤਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਸੰਕੇਤ ਦਿੱਤਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਸ਼ੁਰੂਆਤੀ ਬਿਆਨ ਵਿੱਚ ਕਿਹਾ ਕਿ ਐਰੋ L-29 ਡੈਲਫਿਨ ਦੁਪਹਿਰ 3:45 ਵਜੇ ਰੇਨੋ 'ਚ ਇੱਕ ਰਿਹਾਇਸ਼ੀ ਖੇਤਰ ਦੇ ਪਿੱਛੇ ਕ੍ਰੈਸ਼ ਹੋਇਆ। ਵਾਸ਼ੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸ਼ਾਮ 4 ਵਜੇ ਤੋਂ ਬਾਅਦ ਇੱਕ ਟਵੀਟ ਵਿੱਚ ਕਿਹਾ ਕਿ ਇਹ ਕ੍ਰੈਸ਼ ਜਹਾਜ਼ ਰੇਸ ਦੇ ਸਥਾਨ ਤੋਂ ਲਗਭਗ 2 ਮੀਲ ਉੱਤਰ ਵੱਲ ਰੈੱਡ ਰੌਕ ਰੋਡ ਦੇ ਖੇਤਰ ਵਿੱਚ ਸਥਿਤ ਸੀ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ 24 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ ਸਮੇਤ ਕਈ ਬਹੁਪੱਖੀ ਅਤੇ ਤਿਕੋਣੀ ਬੈਠਕਾਂ 'ਚ ਹਿੱਸਾ ਲੈਣਗੇ। ਉਹ ਨਿਊਯਾਰਕ ਦੇ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਵਿੱਚ ਭਾਰਤੀ ਵਫਦ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਐਸ ਜੈਸ਼ੰਕਰ ਜੋ ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐਸ ਜੈਸ਼ੰਕਰ G4 ਸਮੂਹ ਦੀ ਮੰਤਰੀ ਪੱਧਰ ਮੀਟਿੰਗ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਜਾਪਾਨ, ਜਰਮਨੀ ਸ਼ਾਮਲ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵਿਆਪਕ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ L-69 ਸਮੂਹ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸ਼ਾਮਲ ਵੀ ਹੋਣਗੇ। ਨਿਊਯਾਰਕ ਵਿੱਚ 20 ਸਤੰਬਰ ਤੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ 77ਵਾਂ ਸੈਸ਼ਨ ਸ਼ੁਰੂ ਹੋ ਰਿਹਾ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਕੈਨੇਡਾ ਦਾ ਇੱਕ ਵਫਦ ਵੀ ਇਸ ਵਿੱਚ ਸ਼ਮੂਲੀਅਤ ਕਰੇਗਾ। PM ਤੋਂ ਇਲਾਵਾ ਅਮਰੀਕਾ ਜਾ ਰਹੇ ਕੈਨੇਡੀਅਨ ਵਫਦ ਵਿੱਚ ਵਿਦੇਸ਼ ਮੰਤਰੀ ਮੈਲਨੀ ਜੋਲੀ, ਵਾਤਾਵਰਣ ਮਾਮਲਿਆਂ ਬਾਰੇ ਮੰਤਰੀ ਸਟੀਵਨ ਗਿਲਬੋਰਟ ਅਤੇ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਿਊਯਾਰਕ ਵਿੱਚ 20 ਸਤੰਬਰ ਤੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ 77ਵਾਂ ਸੈਸ਼ਨ ਸ਼ੁਰੂ ਹੋ ਰਿਹਾ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵਿੱਚ ਸ਼ਮੂਲੀਅਤ ਕਰਨ ਲਈ ਅਮਰੀਕਾ ਜਾ ਰਹੇ ਨੇ। ਉਹ ਸੈਸ਼ਨ ਦੀ ਓਪਨਿੰਗ ਦੌਰਾਨ ਹੋਣ ਵਾਲੀ ਉੱਚ ਪੱਧਰੀ ਜਰਨਲ ਬਹਿਸ ਵਿੱਚ ਹਿੱਸਾ ਲੈਣਗੇ। ਅਮਰੀਕਾ ਦੁਆਰਾ ਪੱਛਮੀ ਦੇਸ਼ਾਂ ਦੀ ਲਾਮਬੰਦੀ ਕਰਕੇ ਰੂਸ ਅਤੇ ਭਾਰਤ, ਜਾਪਾਨ, ਆਸਟ੍ਰੇਲੀਆ ਜਿਹੇ ਏਸ਼ੀਆਈ ਦੇਸ਼ਾਂ ਨੂੰ ਜੋੜ ਕੇ ਚੀਨ ਦੇ ਖਿਲਾਫ ਗੱਠਜੋੜ ਬਣਾਉਣ ਦੀ ਰਣਨੀਤੀ ਦੇ ਜਵਾਬ ਵਿੱਚ ਚੀਨ ਅਤੇ ਰੂਸ ਨੇ ਵੀ ਮਜ਼ਬੂਤ ਜੁਗਲਬੰਦੀ ਕਾਇਮ ਕਰ ਲਈ ਹੈ। ਅਮਰੀਕਾ ਨੂੰ ਟੱਕਰ ਦੇਣ ਦੇ ਲਈ ਹੁਣ ਇਹਨਾਂ ਗੁਆਂਢੀ ਦੇਸ਼ਾਂ ਨੇ ਆਪਣੇ ਮੁਲਕਾਂ ਨੂੰ ਸੰਵਿਧਾਨਕ ਵਿਵਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੀ ਘਾਟ ਲਈ ਸੂਚਨਾ ਦੇ ਆਦਾਨ ਪ੍ਰਦਾਨ ਨੂੰ ਹੋਰ ਮਜ਼ਬੂਤੀ ਦੇਣ ਤੇ ਸਹਿਮਤ ਹੋਏ ਨੇ। ਰਿਪੋਰਟ ਦੇ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਾਲੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਿਕੋਲਾਈ ਪੈਟਰੂਸ਼ੇਵ ਨੇ ਸੋਮਵਾਰ ਨੂੰ ਚੀਨ ਦਾ ਦੌਰਾ ਕੀਤਾ। ਇਸ ਦੌਰੇ ਤੇ ਉਹਨਾਂ ਨੇ ਕਿਹਾ ਕਿ ਰੂਸ ਚੀਨ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਨੂੰ ਆਪਣੀ ਨੀਤੀ ਦਾ ਹਿੱਸਾ ਮੰਨਦਾ ਹੈ। ਪੁਤਿਨ ਨੇ ਸਭ ਤੋਂ ਨਜ਼ਦੀਕੀ ਸਹਿਯੋਗੀ ਨਿਕੋਲਾਈ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਚੋਟੀ ਦੇ ਅਧਿਕਾਰੀ ਗਊ ਸ਼ੇਗੁਨ ਨਾਲ ਮੀਟਿੰਗ ਕੀਤੀ। ਅਮਰੀਕਾ ਤੇ ਤਾਲਿਬਾਨ ਵਿਚਾਲੇ ਕੈਦੀਆਂ ਦੀ ਅਦਲਾ ਬਦਲੀ ਕੀਤੀ ਗਈ ਹੈ। ਤਾਲਿਬਾਨ ਨੇ ਕਬਾਇਲੀ ਨੇਤਾ ਬਸ਼ੀਰ ਨੂਰਜ਼ੋਈ ਦੇ ਬਦਲੇ ਅਮਰੀਕੀ ਇੰਜੀਨੀਅਰ ਮਾਰਕ ਫ੍ਰੈਚਿਸ ਨੂੰ ਆਜ਼ਾਦ ਕਰ ਦਿੱਤਾ ਹੈ। ਬਸ਼ੀਰ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਨੇੜਲਾ ਮੰਨਿਆ ਜਾਂਦਾ ਹੈ। ਉਸ ਨੂੰ ਸਾਲ 2005 ਵਿੱਚ ਨਿਊਯਾਰਕ 'ਚ ਅਮਰੀਕਾ ਤੇ ਯੂਰਪ 'ਚ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਤਾਲਿਬਾਨ ਨਾਲ ਜੁੜੇ ਹੱਕਾਨੀ ਨੈਟਵਰਕ ਨੇ ਅਮਰੀਕੀ ਜਲ ਸੈਨਾ ਦੇ ਅਧਿਕਾਰੀ ਤੇ ਇੰਜੀਨੀਅਰ ਫ੍ਰੈਚਿਸ ਨੂੰ ਅਫਗਾਨਿਸਤਾਨ 'ਚ 31 ਜਨਵਰੀ 2020 ਨੂੰ ਅਗਵਾ ਕਰ ਲਿਆ ਸੀ। ਤਾਲਿਬਾਨ ਦੇ ਕਨਵੀਨਰ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੇ ਬਸ਼ੀਰ ਬਦਲੇ ਫ੍ਰੈਚ ਨੂੰ ਅਮਰੀਕਾ ਨੂੰ ਸੌਂਪ ਦਿੱਤਾ ਗਿਆ। ਕਾਬੁਲ ਦੇ ਇੱਕ ਹੋਟਲ ਵਿੱਚ ਮੁਤਾਕੀ ਨੇ ਹੋਰਨਾਂ ਤਾਲਿਬਾਨ ਨੇਤਾਵਾਂ ਨਾਲ ਬਸ਼ੀਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਬਰੈਂਪਟਨ ਦੇ ਮਿਸੀਸਾਗਾ ਵਿੱਚ ਕਾਰ ਚੋਰਾਂ ਨੇ ਪੁਲਿਸ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਪਿਛਲੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਹਰ ਮਹੀਨੇ ਗੱਡੀ ਚੋਰੀ ਦੀਆਂ 200 ਤੋਂ ਲੈ ਕੇ 400 ਵਾਰਦਾਤਾਂ ਹੋ ਰਹੀਆਂ ਨੇ। ਇਸ ਤੇ ਚੱਲਦਿਆਂ ਪਿਛਲੇ ਮਹੀਨੇ 17 ਅਗਸਤ ਤੋਂ 15 ਸਤੰਬਰ ਤੱਕ ਓਨਟਾਰੀਓ ਦੇ ਇਹਨਾਂ ਦੋਵਾਂ ਸ਼ਹਿਰਾਂ 'ਚ ਲਗਭਗ 392 ਗੱਡੀਆਂ ਤੇ ਮੋਟਰਸਾਈਕਲ ਚੋਰੀ ਹੋ ਗਏ ਨੇ। ਪੀਲ ਪੁਲਿਸ ਕ੍ਰਾਈਮ ਮੈਪਿੰਗ ਡਾਟਾ ਮੁਤਾਬਕ ਬਰੈਂਪਟਨ ਦੇ ਮਿਸੀਸਾਗਾ ਵਿੱਚੋਂ 17 ਅਗਸਤ ਤੋਂ 15 ਸਤੰਬਰ ਤੱਕ ਇੱਕ ਮਹੀਨੇ ਦੇ ਇਸ ਸਮੇਂ ਦੌਰਾਨ ਜਿਹੜੇ 392 ਵਾਹਨ ਚੋਰੀ ਹੋਏ ਨੇ ਉਹਨਾਂ ਵਿੱਚ 91 ਟਰੱਕ, 5 ਮੋਟਰਸਾਈਕਲ ਤੇ 296 ਗੱਡੀਆਂ ਸ਼ਾਮਲ ਨੇ। ਅਮਰੀਕਾ ਦੇ ਅਲਾਸਕਾ ਰਾਜ ਦੇ ਸਮੁੰਦਰ ਵਿੱਚ ਆਏ ਜ਼ਬਰਦਸਤ ਤੂਫਾਨ ਤੇ ਮੀਂਹ ਨੇ ਜਨਜੀਵਨ ਉੱਪਰ ਵਿਆਪਕ ਅਸਰ ਪਾਇਆ।
ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਗਲੀਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ। ਗਲੋਵਨ ਅਲਾਸਕਾ 'ਚ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ। ਕੌਮੀ ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ ਦਾ ਜ਼ਿਆਦਾ ਦਬਾਅ ਦੱਖਣ ਪੱਛਮੀ ਤੇ ਪੱਛਮੀ ਅਲਾਸਕਾ 'ਚ ਹੈ। ਕਈ ਲੋਕ ਸਕੂਲਾਂ ਤੇ ਹੋਰ ਥਾਵਾਂ ਤੇ ਪਨਾਹ ਲੈਣ ਲਈ ਮਜਬੂਰ ਹੋਏ ਨੇ। ਸਮੁੰਦਰ 'ਚ ਲਹਿਰਾਂ ਦੀ ਉਚਾਈ 10 ਫੁੱਟ ਤੋਂ ਵੀ ਵੱਧ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਮੁੰਦਰ 'ਚ ਪਾਣੀ ਦੇ ਉੱਚੇ ਪੱਧਰ ਕਾਰਨ ਤੱਟੀ ਖੇਤਰਾਂ 'ਚ ਹੜ੍ਹ ਆ ਸਕਦਾ ਹੈ। ਔਰਲੈਂਡ ਝੀਲ ਉੱਪਰ ਮਿਡਲ ਸਕੂਲ ਰੋਇੰਗ ਕਲੱਬ ਨੇੜੇ ਡਿੱਗੀ ਆਸਮਾਨੀ ਬਿਜਲੀ ਉਪਰੰਤ ਲਾਪਤਾ ਹੋਏ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਔਰਲੈਂਡ ਫਾਇਰ ਵਿਭਾਗ ਦੇ ਕਾਰਜਕਾਰੀ ਡਿਪਟੀ ਚੀਫ ਐਨ ਡੇਵਿਸ ਨੇ ਕਿਹਾ ਕਿ ਸੰਭਵ ਤੌਰ ਤੇ ਲੇਕ ਫੇਅਰਵਿਊ 'ਚ ਉੱਤਰੀ ਔਰਲੈਂਡ ਰੋਇੰਗ ਕੰਪਲੈਕਸ ਨੇੜੇ ਅਭਿਆਸ ਕਰ ਰਹੇ ਮਿਡਲ ਸਕੂਲ ਦੇ 5 ਵਿਦਿਆਰਥੀ ਉੱਪਰ ਸ਼ਾਮ ਵੇਲੇ ਬਿਜਲੀ ਡਿੱਗੀ ਸੀ, ਜਿਸ ਤੋਂ ਬਾਅਦ ਇੱਕ ਵਿਦਿਆਰਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇੱਕ ਹੋਰ ਵਿਦਿਆਰਥੀ ਲਾਪਤਾ ਹੋ ਗਿਆ ਸੀ। ਬਾਕੀ 3 ਵਿਦਿਆਰਥੀਆਂ ਨੂੰ ਮੌਕੇ ਉੱਪਰ ਹੀ ਮੁੱਢਲੀ ਸਹਾਇਤਾ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਸੀ। ਡੇਵਿਸ ਅਨੁਸਾਰ ਵਿਦਿਆਰਥੀ ਦੇ ਲਾਪਤਾ ਹੋਣ ਉਪਰੰਤ ਤੁਰੰਤ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਮੈਕਸੀਕੋ ਦੇ ਪੱਛਮੀ ਮੱਧ ਇਲਾਕੇ ਵਿੱਚ ਸੋਮਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕੁਝ ਢਾਂਚਾਗਤ ਨੁਕਸਾਨ ਹੋਇਆ। ਮੈਕਸੀਕਨ ਰਾਸ਼ਟਰਪਤੀ ਆਂਦਰੇਸ ਨੇ ਕਿਹਾ ਹੈ ਕਿ ਜਲ ਸੈਨਾ ਮੰਤਰਾਲੇ ਤੋਂ ਇੱਕ ਰਿਪੋਰਟ ਪ੍ਰਾਪਤ ਕਰਨ ਦੇ ਬਾਅਦ ਪੱਛਮੀ ਕੋਲੀਮਾ ਸੂਬੇ ਵਿੱਚ ਇੱਕ ਸਮੁੰਦਰ ਤੱਟ ਰਿਜ਼ੋਰਟ ਮੰਜ਼ਾਨੀਲੋ ਵਿੱਚ ਇੱਕ ਸ਼ਾਪਿੰਗ ਸੈਂਟਰ 'ਚ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:05 ਤੇ ਆਏ ਭੂਚਾਲ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਖਾਸਕਰ ਕੋਲੀਮਾ ਅਤੇ ਮਿਚੋਆਕਨ ਦੇ ਰਾਜਪਾਲਾਂ ਦੇ ਸੰਪਰਕ ਵਿੱਚ ਸਨ। ਹਾਲਾਂਕਿ ਰਾਜਧਾਨੀ ਮੈਕਸੀਕੋ ਸਿਟੀ ਦੇ ਕੁਝ ਹਿੱਸੇ ਵੀ ਭੂਚਾਲ ਦੀ ਲਪੇਟ ਵਿੱਚ ਆਏ। ਫੈਡਰਲ ਇਲੈਕਟ੍ਰਿਸਿਟੀ ਕਮਿਸ਼ਨ ਦੇ ਅਨੁਸਾਰ ਮੈਕਸੀਕੋ ਸਿਟੀ, ਗੁਆਂਢੀ ਰਾਜ ਮੈਕਸੀਕੋ, ਮਿਚੋਆਕਨ, ਕੋਲੀਮਾ ਤੇ ਜ਼ਾਲਿਸਕੋ ਵਿੱਚ 12 ਲੱਖ ਲੋਕ ਬਿਜਲੀ ਬਿਨਾਂ ਰਹਿ ਗਏ ਸਨ। ਈਰਾਨ ਵਿੱਚ ਹਿਜਾਬ ਨਾ ਪਾਉਣ ਕਾਰਨ ਪੁਲਿਸ ਹਿਰਾਸਤ ਵਿੱਚ ਇੱਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਈਰਾਨ ਵਿੱਚ 22 ਸਾਲਾ ਕੁਰਦ ਔਰਤ ਮਹਾਸਾ ਅਮੀਨੀ ਦੀ ਮੌਤ ਦੇ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਕਈ ਥਾਵਾਂ ਤੇ ਇਹਨਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ। ਇਸ ਦੌਰਾਨ ਦੀਵਾਨਦਰੇਸ਼ ਸ਼ਹਿਰ ਵਿੱਚ 5 ਵਿਅਕਤੀ ਮਾਰੇ ਗਏ। ਇਹ ਈਰਾਨ ਦੇ ਕੁਰਦ ਖੇਤਰ ਦਾ ਉਹ ਹਿੱਸਾ ਹੈ ਜਿੱਥੇ ਸਭ ਤੋਂ ਵੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਇਸ ਦੌਰਾਨ ਈਰਾਨੀ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਲ ਕੱਟੇ ਤੇ ਹਿਜਾਬ ਸਾੜ ਦਿੱਤੇ। ਔਰਤਾਂ ਸਕਰੀਨ ਤੇ ਹੋਣ ਦੇ ਸਖਤ ਨਿਯਮ ਦਾ ਵਿਰੋਧ ਕਰ ਰਹੀਆਂ ਨੇ। ਈਰਾਨ ਦੀ ਨਿਆਂਪਾਲਿਕਾ ਨੇ ਔਰਤ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਰਾਨ ਵਿੱਚ ਔਰਤਾਂ ਲਈ ਹਿਜਾਬ ਪਾਉਣਾ ਲਾਜ਼ਮੀ ਹੈ। ਸਰਕਾਰੀ ਟੈਲੀਵਿਜ਼ਨ ਰਿਪੋਰਟਾਂ ਨੇ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ, ਪਰ ਖਬਰਾਂ ਵਿੱਚ ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਦੀ ਗੱਲ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਅਮੀਨੀ ਜੋ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨਾਲ ਤਹਿਰਾਨ ਆਈ ਸੀ ਨੂੰ ਨੈਤਿਕਤਾ ਪੁਲਿਸ ਨੇ ਹਿਜਾਬ ਨਾ ਪਾਉਣ ਕਾਰਨ ਹਿਰਾਸਤ 'ਚ ਲੈ ਲਿਆ ਤੇ ਪੁਲਿਸ ਸਟੇਸ਼ਨ 'ਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਦਾ ਦਾਅਵਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ, ਪਰ ਪਰਿਵਾਰ ਨੇ ਸਰੀਰਕ ਤਸ਼ੱਦਦ ਦਾ ਦੋਸ਼ ਲਗਾਇਆ। ਅਮੀਨੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਸੀ। ਸ਼ਨੀਚਰਵਾਰ ਨੂੰ ਸ਼ਾਕੀਜ ਵਿੱਚ ਉਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਲੋਕਾਂ ਨੇ ਪ੍ਰਦਰਸ਼ਨ ਕੀਤਾ। ਈਰਾਨੀ ਪੱਤਰਕਾਰ ਮਸੀਹ ਅਲ-ਇੰਜ਼ਾਦ ਨੇ ਆਪਣੀ ਇੰਟਰਨੈਟ ਮੀਡੀਆ ਪੋਸਟ ਵਿੱਚ ਔਰਤਾਂ ਖਿਲਾਫ ਬੋਲਿਆ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀ ਪਿਸ਼ਾਵਰ ਦੁਬਈ ਉਡਾਣ 'ਚ ਇੱਕ ਯਾਤਰੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦਰਅਸਲ ਜਹਾਜ਼ ਵਿੱਚ ਸਵਾਰ ਇੱਕ ਵਿਅਕਤੀ ਨੇ ਅਚਾਨਕ ਸੀਟਾਂ ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ, ਉਸਨੇ ਜਹਾਜ਼ ਦੀ ਖਿੜਕੀ ਨੂੰ ਲਗਾਤਾਰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਘਬਰਾ ਗਏ। ਇਸ ਦੌਰਾਨ ਉਹ ਫਲਾਈਟ ਦੇ ਕਰੂ ਮੈਂਬਰਾਂ ਨਾਲ ਵੀ ਲੜਨ ਲੱਗ ਪਿਆ। ਉਸਨੇ ਪਹਿਲਾਂ ਆਪਣੀ ਜੇਬ 'ਚੋਂ ਸਾਰਾ ਸਮਾਨ ਕੱਢ ਕੇ ਆਪਣੀ ਸੀਟ ਤੇ ਰੱਖਿਆ ਤੇ ਫਿਰ ਜਹਾਜ਼ ਦੇ ਫਰਸ਼ ਤੇ ਲੇਟ ਕੇ ਅਜ਼ਾਨ ਕਰਨ ਲੱਗਾ। ਮੁਲਜ਼ਮ ਨੇ PIA DPK 283 ਫਲਾਈਟ ਦੀ ਖਿੜਕੀ ਨੂੰ ਜ਼ੋਰਦਾਰ ਲੱਤ ਮਾਰ ਕੇ ਤੋੜਨਾ ਸ਼ੁਰੂ ਕਰ ਦਿੱਤਾ। ਇਸ ਤੇ ਯਾਤਰੀਆਂ ਨੇ ਕਰੂ ਮੈਂਬਰਾਂ ਨੂੰ ਬੁਲਾਇਆ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਪੂਰੀ ਉਡਾਣ ਦੌਰਾਨ ਉਹ ਵਿਅਕਤੀ ਕਾਫੀ ਹਿੰਸਕ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀ ਨੂੰ ਕਿਸੇ ਵੀ ਸਥਿਤੀ ਤੋਂ ਬਚਣ ਲਈ ਹਵਾਬਾਜ਼ੀ ਕਾਨੂੰਨ ਮੁਤਾਬਕ ਸੀਟ ਨਾਲ ਬੰਨ੍ਹ ਦਿੱਤਾ ਗਿਆ। ਪ੍ਰੋਟੋਕਾਲ ਦੇ ਅਨੁਸਾਰ ਫਲਾਈਟ ਦੇ ਕਪਤਾਨ ਨੇ ਦੁਬਈ ਦੇ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਕੀਤਾ ਤੇ ਸੁਰੱਖਿਆ ਦੀ ਮੰਗ ਕੀਤੀ। ਦੁਬਈ ਏਅਰਪੋਰਟ ਤੇ ਉਤਰਨ ਤੇ ਯਾਤਰੀ ਨੂੰ ਸੁਰੱਖਿਆ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ। ਦੱਸ ਦਈਏ ਕਿ ਇਹ ਘਟਨਾ 14 ਸਤੰਬਰ ਦੀ ਹੈ। यूरोप तो एक हैरान करन वाली घटना सामने आई है। दरअसल एक फ्लाइट ने पुर्तगाल जाना सी पर यह जहाज़ स्पेन पहुंच गया। बाद विच बड़ी मुश्किल नाल बस राही सरहद पार करा के यात्रियों को पुर्तगाल भेजा गया।
ਇਹ ਸਭ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ, ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਇਸ ਪੂਰੀ ਘਟਨਾ ਨੂੰ ਫਲਾਈਟ ਵਿੱਚ ਸਵਾਰ ਯਾਤਰੀਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਸ਼ੇਅਰ ਕੀਤਾ ਹੈ। ਬ੍ਰਿਟਿਸ਼ ਅਖਬਾਰ ਮਿਰਰ ਮੁਤਾਬਕ ਇਹ ਫਲਾਈਟ ਰਿਆਨਏਅਰ ਦੀ ਸੀ। ਬੈਰੀ ਮਾਸਟਰਨ ਨਾਂ ਦੇ ਇੱਕ ਯਾਤਰੀ ਨੇ ਦੱਸਿਆ ਕਿ ਉਸਨੇ ਪੁਰਤਗਾਲ ਦੇ ਫਾਰੋ ਵਿੱਚ ਉਤਰਨਾ ਸੀ, ਪਰ ਅਸਲ ਵਿੱਚ ਉਹ ਸਪੇਨ ਦੇ ਮਲਾਗਾ ਪਹੁੰਚ ਗਿਆ। ਅਜਿਹਾ ਹੀ ਨਹੀਂ, ਇਸ ਵਿੱਚ ਯਾਤਰੀ ਦੀ ਗਲਤੀ ਸੀ ਅਤੇ ਉਹ ਗਲਤੀ ਨਾਲ ਕਿਸੇ ਹੋਰ ਫਲਾਈਟ 'ਚ ਸਵਾਰ ਹੋ ਗਿਆ। ਸਗੋਂ ਇਹ ਸਾਰੀ ਗਲਤੀ ਫਲਾਈਟ ਦੀ ਸੀ। ਬੈਰੀ ਨੇ ਦਾਅਵਾ ਕੀਤਾ ਕਿ ਫਲਾਈਟ ਡਬਲਿਨ ਤੋਂ ਰਵਾਨਾ ਹੋਈ ਸੀ, ਪਰ ਉਮੀਦ ਅਨੁਸਾਰ ਫਾਰੋ ਵਿੱਚ ਨਹੀਂ ਉਤਰੀ। ਇਸ ਤੋਂ ਬਾਅਦ ਸਾਰੇ 157 ਲੋਕਾਂ ਨੂੰ ਬੱਸ ਵਿੱਚ ਬਿਠਾਇਆ ਗਿਆ। 5 ਘੰਟੇ ਦੇ ਸਫ਼ਰ ਤੋਂ ਬਾਅਦ ਯਾਤਰੀਆਂ ਨੂੰ ਪੁਰਤਗਾਲ ਪਹੁੰਚਾਇਆ ਗਿਆ। ਬੈਰੀ ਨੇ ਵੀ ਦਾਅਵਾ ਕੀਤਾ ਕਿ ਸਾਰੇ ਯਾਤਰੀਆਂ ਨੂੰ ਇੱਕੋ ਬੱਸ ਵਿੱਚ ਬਿਠਾਇਆ ਗਿਆ। ਇੰਨਾ ਹੀ ਨਹੀਂ, ਉਹਨਾਂ ਸਾਰਿਆਂ ਨੂੰ ਬਾਰਡਰ ਤੇ ਇੱਕ ਹੋਰ ਬੱਸ 'ਚੋਂ ਵੀ ਬਿਠਾਇਆ ਗਿਆ। ਬਾਅਦ ਵਿੱਚ 에ਅਰਲਾਈਨਸ ਦੁਆਰਾ ਅਜਿਹੀ ਗੜਬੜ ਹੋਣ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਦੇ ਮੁਤਾਬਕ ਫ੍ਰੈਂਚ 에ਅਰ ਟ੍ਰੈਫਿਕ ਕੰਟਰੋਲ ਦੀ ਹੜਤਾਲ ਕਾਰਨ ਫਲਾਈਟ ਨੂੰ ਡਾਇਵਰਟ ਕਰਨਾ ਪਿਆ। 에ਅਰਲਾਈਨਸ ਨੇ ਕਿਹਾ ਕਿ ਪੂਰੀ ਤਰ੍ਹਾਂ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਕਿ 16 ਸਤੰਬਰ ਨੂੰ ਹੋਈ ਇਸ ਹੜਤਾਲ ਕਾਰਨ ਕਈ ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਡਾਇਵਰਟ ਕਰਨਾ ਪਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਤਾਂ ਕਰ ਲਈ। ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਉਹਨਾਂ ਨੇ ਨਾ ਕੇਵਲ ਪਾਰਟੀ 'ਚ ਸ਼ਾਮਲ ਹੋਏ, ਸਗੋਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ 'ਚ ਰਲੇਵਾਂ ਕਰ ਦਿੱਤਾ। ਇਸ ਦੌਰਾਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਕਿਉਂ ਨਹੀਂ ਹੋਏ, ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਪਤਨੀ ਉਹੀ ਕਰੇ ਜੋ ਪਤੀ ਕਰਦਾ ਹੈ। IPLC ਨੇ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ ਸੀ। ਹਾਲਾਂਕਿ ਉਹਨਾਂ ਦਾ ਇੱਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਸੀ ਤੇ ਖੁਦ ਕੈਪਟਨ ਵੀ ਆਪਣੇ ਗੜ੍ਹ ਪਟਿਆਲਾ ਸ਼ਹਿਰ ਤੋਂ ਹਾਰ ਗਏ ਸਨ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਨੇ ਪਹਿਲਾਂ ਦੱਸਿਆ ਸੀ ਕਿ ਕੈਪਟਨ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਪਾਰਟੀ 'ਚ ਸ਼ਾਮਲ ਹੋਣਗੇ, ਜੋ ਬਾਅਦ ਵਿੱਚ ਹੋ ਵੀ ਗਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।